now the next topic with us is the infertility. ਇਨਫਰਟਿਲਿਟੀ ਕੀ ਹੁੰਦੀ ਹੈ ਬੇਟੇ? ਕਿ ਵੈਸੇ ਤਾਂ ਅਸੀਂ ਕਹਿੰਦੇ ਹਾਂ ਕਿ ਜਿਹੜਾ ਮੇਲ ਹੈ ਉਹ ਸਪਰਮ ਪ੍ਰੋਡਿਊਸ ਕਰਦਾ, ਜਿਹੜਾ ਫੀਮੇਲ ਹੈ ਓਵਮ ਪ੍ਰੋਡਿਊਸ ਕਰਦੀ ਹੈ। ਸਪਰਮ ਜਿਹੜੇ ਹੈਗੇ ਹੈ ਜੈਂਟਲ ਟਰੈਕ, ਫੀਮੇਲ ਜੈਂਟਲ ਟਰੈਕ 'ਚ ਹੁੰਦੇ ਹੋਏ ਜਿਹੜੇ ਹੈਗੇ ਵਜਾਈਨਾ ਯੂਟਰਸ 'ਚ ਹੁੰਦੇ ਹੋਏ ਫਿਲੋਪੀਅਨ ਟਿਊਬ 'ਤੇ ਪਹੁੰਚ ਜਾਂਦੇ, ਉੱਥੇ ਜਾ ਕੇ ਉਹਨਾਂ ਦੀ ਕੀ ਹੋ ਜਾਂਦੀ, ਫਿਊਜ਼ਨ ਹੋ ਜਾਂਦੀ ਹੈ, ਫਰਟੀਲਾਈਜੇਸ਼ਨ ਹੋ ਜਾਂਦੀ ਹੈ, ਜ਼ਾਈਗੋਟ ਬਣ ਜਾਂਦਾ ਅਤੇ ਜ਼ਾਈਗੋਟ ਜਿਹੜਾ ਹੈਗਾ ਇੰਪਲਾਂਟ ਹੋ ਜਾਂਦਾ ਅਤੇ ਪ੍ਰੈਗਨੈਂਸੀ ਹੋ ਜਾਂਦੀ, ਜੈਸਟੇਸ਼ਨ ਪੀਰੀਅਡ ਕੰਪਲੀਟ ਹੁੰਦਾ ਅਤੇ ਚਾਈਲਡ ਜਿਹੜਾ ਹੈਗਾ ਉਹ ਉਹਦਾ ਬਰਥ ਹੋ ਜਾਂਦਾ, ਠੀਕ ਹੈ ਨਾ। ਲੇਕਿਨ ਕੁਛ ਕੇਸਿਸ ਇਸ ਤਰ੍ਹਾਂ ਦੇ ਹੁੰਦੇ ਕਿ ਜਿੱਥੇ ਇਨਫਰਟੀਲਿਟੀ ਦਾ ਮਤਲਬ ਕਿ ਦਾ ਕਪਲ ਇਜ਼ ਨਾਟ ਕੈਪੇਬਲ ਆਫ ਗਿਵਿੰਗ ਬਰਥ ਟੂ ਦਾ ਚਾਈਲਡ। ਸੋ ਦ ਕਪਲ ਇਜ਼ ਨਾਟ ਏਬਲ, ਇਟ ਇਜ਼ inability of couple to produce child in spite of means बेशक, in spite of unprotected coitus। ਤਾਂ ਜਿਹੜਾ ਹੈਗਾ ਜਾਂ ਅਨਪ੍ਰੋਟੈਕਟਡ ਇੰਟਰਕੋਰਸ ਕਹਿ ਲਓ ਜਾਂ ਕੋਇਟਸ ਕਹਿ ਲਓ ਕਿ ਕੋਈ ਕੰਟਰਾਸੈਪਟਿਵ ਯੂਜ਼ ਨਹੀਂ ਕੀਤਾ, ਫਿਰ ਵੀ ਜਿਹੜੀ ਇਹ ਪ੍ਰੈਗਨੈਂਸੀ ਨਹੀਂ ਹੋ ਰਹੀ, ਤਾਂ ਅਸੀਂ ਕਹਿੰਦੇ ਹਾਂ ਜਿਹੜਾ ਕਪਲ ਹੈ ਉਹ ਕੀ ਹੈਗਾ, ਇਨਫਰਟਾਈਲ ਹੈ। ਉਹਦੇ ਵਿੱਚ ਇਨਫਰਟਿਲਿਟੀ ਮੇਲ ਦੀ ਵੀ ਹੋ ਸਕਦੀ ਹੈ, ਫੀਮੇਲ ਦੇ ਰੀਜ਼ਨ ਮੇ ਵੀ ਐਨੀ। ਆਪਾਂ ਸਿਰਫ ਇੱਥੇ ਇਹ ਡੈਫੀਨੇਸ਼ਨ ਕੀਤੀ ਕਿ ਇਨਫਰਟਿਲਿਟੀ ਹੁੰਦੀ ਕੀ ਹੈ। ਫਿਰ ਅਸੀਂ ਡਿਫਰੈਂਟ ਕੇਸਿਸ ਦੇਖਾਂਗੇ ਅਤੇ ਉਹਨਾਂ ਕੇਸਿਸ ਤੋਂ ਅਸੀਂ ਕਿਵੇਂ ਜਿਹੜਾ ਹੈ ਉਸ ਤਰ੍ਹਾਂ ਦੇ ਕਪਲ ਤੋਂ ਅਸੀਂ ਕਿਵੇਂ ਜਿਹੜਾ ਹੈਗਾ ਵੀ ਕੈਨ ਗੈਟ ਦਾ ਚਾਈਲਡ, ਕਿਹੜੇ ਮੈਥਡ ਹੈ, ਕਿਹੜੀਆਂ ਉਹ ਟੈਕਨੀਕਸ ਹੈ। ਕੁਛ ਟੈਕਨੀਕਸ ਹੈ, ਤਰੀਕੇ ਹੈ, ਅਸਿਸਟਿਡ ਟੈਕਨੀਕਸ ਉਹਨਾਂ ਨੂੰ ਕਹਿ ਦਿੰਦੇ ਹੈਗੇ ਹੈ। ਤਾਂ ਕੁਛ ਇਸ ਤਰ੍ਹਾਂ ਦੇ ਤਰੀਕੇ ਹੈਗੇ ਹੈ ਜਿਨ੍ਹਾਂ ਦੇ ਨਾਲ ਅਸੀਂ ਇਨਫਰਟਾਈਲ ਕਪਲ ਤੋਂ ਵੀ we can make them able to have child, ਤਾਂ that is called ART, that is assisted reproductive techniques। These are assisted reproductive techniques। ਇਹ ਰਿਪਰੋਡਕਟਿਵ ਟਰੈਕ ਨਾਲ ਕੰਸਰਨ ਟੈਕਨੀਕਸ ਹੈਗੀਆਂ, ਰਿਪਰੋਡਕਸ਼ਨ ਨਾਲ ਕੰਸਰਨ ਟੈਕਨੀਕਸ ਹੈ। ਸੋ ਦੇ ਆਰ ਨੋਨ ਐਸ ਅਸਿਸਟਿਡ ਰਿਪਰੋਡਕਟਿਵ ਟੈਕਨੀਕਸ। ਲੈਟ ਅਸ ਸੀ ਵਾਟ ਆਰ ਦੋਜ਼ ਟੈਕਨੀਕਸ। ਇਹਨਾਂ ਨੂੰ ਅਸੀਂ ਅਲੱਗ-ਅਲੱਗ ਕੈਟਾਗਰੀਜ਼ ਦੇ ਵਿੱਚ ਡਿਵਾਈਡ ਕਰਦੇ ਹਾਂ। ਸਭ ਤੋਂ ਪਹਿਲਾਂ ਸਾਡੇ ਕੋਲ ਆ ਜਾਂਦੀ ਹੈ IVF, ਦੈਨ GIFT, ਦੈਨ AI, ਦੈਨ ICSI, ਠੀਕ ਹੈ। ਸਭ ਤੋਂ ਪਹਿਲਾਂ IVF ਕੀ ਹੈ? ਇਨ ਵਿਟਰੋ ਫਰਟੀਲਾਈਜੇਸ਼ਨ। ਇਟ ਇਜ਼ ਆਲਸੋ ਕਾਲਡ ਟੈਸਟ ਟਿਊਬ ਬੇਬੀ ਟੈਕਨੀਕ। ਇਨ ਵਿਟਰੋ, I for in, V for vitro, F for fertilization, in vitro fertilization और test tube baby technique। ਪਹਿਲਾਂ ਤਾਂ ਇਹ ਚੀਜ਼ ਇਸ ਟੈਕਨੀਕ ਨੂੰ ਇਨ ਵਿਟਰੋ ਕਿਉਂ ਕਿਹਾ ਗਿਆ? ਕਿਉਂਕਿ ਜਿਹੜੀ ਫਰਟੀਲਾਈਜੇਸ਼ਨ ਹੈ ਉਹ ਲੈਬੋਰਟਰੀ ਕੰਡੀਸ਼ਨਸ ਦੇ ਵਿੱਚ ਕੀਤੀ ਜਾਂਦੀ ਹੈ। ਲੈਬੋਰਟਰੀ ਕੰਡੀਸ਼ਨਸ ਜ਼ਿਆਦਾਤਰ ਅਸੀਂ ਟੈਸਟ ਟਿਊਬ ਯੂਜ਼ ਕਰਦੇ ਹਾਂ, ਇਸ ਕਰਕੇ ਇਹਨੂੰ ਟੈਸਟ ਟਿਊਬ ਬੇਬੀ ਵੀ ਕਿਹਾ ਜਾਂਦਾ ਹੈਗਾ। ਸੋ ਲੈਬੋਰਟਰੀ ਕੰਡੀਸ਼ਨਸ ਦੇ ਜਦੋਂ ਫਰਟੀਲਾਈਜੇਸ਼ਨ ਕੀਤੀ ਜਾਂਦੀ ਤਾਂ ਅਸੀਂ ਉਹਨੂੰ ਇਨ ਵਿਟਰੋ ਕਹਿੰਦੇ ਹਾਂ। ਜੇ ਇਹ ਫਰਟੀਲਾਈਜੇਸ਼ਨ ਫੀਮੇਲ ਦੀ ਬੋਡੀ 'ਚ ਕੀਤੀ ਜਾਵੇ, ਮਤਲਬ ਯੂਟਰਸ ਜਾਂ ਫਿਲੋਪੀਅਨ ਟਿਊਬ ਵਗੈਰਾ 'ਚ ਕੀਤੀ ਜਾਵੇ, ਤਾਂ ਅਸੀਂ ਉਹਨੂੰ ਇਨ ਵੀਵੋ ਕਹਿੰਦੇ ਹਾਂ। ਇਨ ਵੀਵੋ ਟਰਮ ਇਜ਼ ਫॉर ਦਾ ਵਿਦਿਨ ਦਾ ਲਿਵਿੰਗ ਆਰਗੇਨਿਜ਼ਮ, ਇਨ ਵਿਟਰੋ ਮੀਨਸ ਇਨ ਦਾ ਲੈਬੋਰਟਰੀ conditions। So in the laboratory conditions the fertilization is done। So let us see what are the steps। number 1, ਜਿਹੜੀ ओवरी है, मैं तो थोड़ा एक डायग्राम बना के चलना चाहूँगी, ਤੁਹਾਨੂੰ ਦੱਸਣਾ ਚਾਹੂँਗੀ ਕਿ ਆਪਾਂ ਇੱਕ ਕਾਮਨ ਡਾਇਗਰਾਮ ਬਣਾ ਕੇ ਚੱਲਦੇ ਹਾਂ। It was like this, then this was a fallopian tube, then infundibulum and ovary, ठीक है। same way in this side। now what happens कि किसी रीज़न करके जी फेलोपियन ट्यूब है अबस्ट्रक्टेड है कि ओवम बनता रहा है, बट दिस ओवम इज़ नॉट पासिंग टू द फेलोपियन ट्यूब, इट इज़ नॉट रीचिंग ओवर एयर। इन दैट केस
the ovum that are formed over here, the ovum that is formed in the ovary is withdrawn with the help of injections. ठीक है, ਤਾਂ ਪਰਟੀਕੂਲਰ ਟਾਈਪ ਆਫ ਸਿਰਿੰਜਿਸ ਦੇ ਨਾਲ ਇਹਨਾਂ ਜਿਹੜੇ ਓਵਾ ਹੈਗੇ ਇਹਨਾਂ ਨੂੰ ਵਿਦਡਰਾ ਕਰ ਲਿਆ ਜਾਂਦਾ ਹੈ। ਸੋ ਫਸਟ ਸਟੈਪ ਕੀ ਹੈ, ਓਵਮ ਇਜ਼ ਕਲੈਕਟਿਡ। ਓਵਮ ਕੀ ਕੀਤੇ ਜਾਂਦੇ ਹੈ, ਕਲੈਕਟ ਕੀਤਾ ਜਾਂਦਾ ਹੈ। ਠੀਕ ਹੈ, ਕਲੈਕਟ ਕਰਕੇ ਇਸ ਨੂੰ ਕੀ ਕਰਦੇ ਹੈਗੇ ਆ, ਇੱਕ ਟੈਸਟ ਟਿਊਬ ਦੇ ਵਿੱਚ ਜਿਸ 'ਚ ਇੱਕ ਨੈਚੁਰਲ ਇੱਕ ਮੀਡੀਅਮ ਕਲਚਰ ਮੀਡੀਅਮ ਪਾਇਆ ਹੋਇਆ ਹੈਗਾ, ਟੈਸਟ ਟਿਊਬ ਦੇ ਵਿੱਚ ਓਵਮ ਨੂੰ ਪਾਸ ਕੀਤਾ ਜਾਂਦਾ ਹੈਗਾ, ਪੁੱਟ ਇਨ ਟੈਸਟ ਟਿਊਬ, ਰਾਈਟ। ਉਹਦੇ ਵਿੱਚ ਫਿਰ ਕੀ ਐਡ ਕੀਤਾ ਜਾਂਦਾ ਹੈਗਾ, ਦੈਨ ਫਰਟੀਲਾਈਜੇਸ਼ਨ ਇਜ਼ ਡਨ, ਮੀਨਸ ਉਸ ਤੋਂ ਬਾਅਦ ਕੀ ਹੈ, ਸਪਰਮ ਇਜ਼ ਐਡਿਡ, ਸਪਰਮ ਐਡਿਡ ਲੀਡਸ ਟੂ ਫਰਟੀਲਾਈਜੇਸ਼ਨ। ਉਹਦੇ ਨਾਲ ਕੀ ਹੋ ਜੂਗੀ, ਫਰਟੀਲਾਈਜੇਸ਼ਨ ਹੋ ਜੂਗੀ, ਲੇਕਿਨ ਕਿੱਥੇ ਹੋਈ ਹੈ, ਇਨ ਵਿਟਰੋ। ਠੀਕ ਹੈ ਨਾ, ਫਰਟੀਲਾਈਜੇਸ਼ਨ ਕਿੱਥੇ ਹੋਈ ਹੈ, ਇਨ ਵਿਟਰੋ ਹੋਈ ਹੈ। ਹੁਣ ਫਰਟੀਲਾਈਜੇਸ਼ਨ ਨਾਲ ਕੀ ਬਣੇਗਾ, ਜ਼ਾਈਗੋਟ ਬਣੇਗਾ। ਠੀਕ ਹੈ ਨਾ, ਇੱਥੇ ਕੀ ਸੀਗਾ, ਇਹ ਓਵਮ ਸੀਗਾ, ਇਹ ਇੱਥੇ ਅਸੀਂ ਕੀ ਲਿਆ ਸੀਗਾ, ਸਪਰਮ ਲਿਆ ਸੀਗਾ, ਤਾਂ ਸਪਰਮ ਅਤੇ ਓਵਮ ਦੋਨੋਂ ਇਨ ਵਿਟਰੋ ਇਕੱਠੇ ਕਰਤੇ, ਉੱਥੇ ਜ਼ਾਈਗੋਟ ਬਣ ਗਿਆ। ਜ਼ਾਈਗੋਟ ਡਿਵਾਈਡ ਅਤੇ ਰੀਡਿਵਾਈਡ ਕਰਦਾ ਹੈਗਾ, 2 ਸੈੱਲ, 1 ਤੋਂ 2 ਸੈੱਲ, 2 ਤੋਂ 4, 4 ਤੋਂ 8, 8 ਤੋਂ, ਜੇ ਅਸੀਂ ਹੁਣ ਦੋ ਅੱਗੇ ਕੰਡੀਸ਼ਨਸ ਹੈ, ਦੋ ਤਰੀਕੇ ਹੈ। ਜੇ ਅਸੀਂ 8 ਸੈੱਲ ਦੀ ਸਟੇਜ ਦੇ ਉੱਤੇ, ਵੈਨ ਦਾ ਜ਼ਾਈਗੋਟ ਇਜ਼ ਐਟ 8 ਸੈੱਲਡ ਸਟੇਜ, ਇਹਨੂੰ ਅਸੀਂ ਟ੍ਰਾਂਸਫਰ ਕਰ ਦਈਏ, ਟ੍ਰਾਂਸਫਰਡ ਟੂ ਫੈਲੋਪੀਅਨ ਟਿਊਬ। ਹੁਣ ਜ਼ਾਈਗੋਟ ਨੂੰ ਅਸੀਂ ਕਿੱਥੇ ਟ੍ਰਾਂਸਫਰ ਕਰਤਾ, ਫੈਲੋਪੀਅਨ ਟਿਊਬ ਦੇ ਵਿੱਚ। ਦਿਸ ਇਜ਼ ਕਾਲਡ ਜ਼ਿਫਟ। ਜ਼ਿਫਟ ਦਾ ਮਤਲਬ ਜ਼ਾਈਗੋਟ, ਜ਼ਾਈਗੋਟ ਇੰਟਰਾ ਫੈਲੋਪੀਅਨ ਟਿਊਬ, ਰਾਈਟ। ਦਿਸ ਇਜ਼ ਜ਼ਿਫਟ। 8 ਸੈੱਲ ਸਟੇਜ ਦੇ ਉੱਤੇ ਜ਼ਾਈਗੋਟ ਨੂੰ ਜਦੋਂ ਫੈਲੋਪੀਅਨ ਟਿਊਬ 'ਚ ਪਾਉਂਦੇ ਆ, ਦੈਟ ਇਜ਼ ਕਾਲਡ ਜ਼ਾਈਗੋਟ ਇੰਟਰਾ ਫੈਲੋਪੀਅਨ ਟਿਊਬ, ਟ੍ਰਾਂਸਫਰ, ਸੌਰੀ, ਟ੍ਰਾਂਸਫਰ। ਦਿਸ ਇਜ਼ ਟ੍ਰਾਂਸਫਰ। ਨੈਕਸਟ ਕੀ ਹੋ ਸਕਦਾ ਕਿ 8 ਦੀ ਜਗ੍ਹਾ ਅਸੀਂ 32 ਸੈੱਲ ਸਟੇਜ ਤੱਕ ਇਸ ਨੂੰ ਇਨ ਵਿਟਰੋ ਬਣਾਇਆ। ਇੱਥੇ ਕੀ ਹੈ, ਇਨ ਵਿਟਰੋ, ਇਨ ਵਿਟਰੋ, ਇੱਥੇ ਤੱਕ ਇਹ ਇਨ ਵਿਟਰੋ, 32 ਸੈੱਲ ਸਟੇਜ ਤੱਕ ਅਸੀਂ ਇਨ ਵਿਟਰੋ ਕੀਤਾ। ਉਸ ਤੋਂ ਬਾਅਦ ਇਸ ਨੂੰ ਟ੍ਰਾਂਸਫਰ ਕੀਤਾ, ਟ੍ਰਾਂਸਫਰਡ ਟੂ ਯੂਟਰਸ। ਕਿੱਥੇ ਟ੍ਰਾਂਸਫਰ ਕੀਤਾ, ਫੈਲੋਪੀਅਨ ਟਿਊਬ 'ਚ ਨਹੀਂ ਕੀਤਾ, ਹੁਣ ਯੂਟਰਸ 'ਚ ਕੀਤਾ, ਦੈਟ ਇਜ਼ ਕਾਲਡ ਇੰਟਰਾ ਯੂਟੇਰਾਈਨ ਟ੍ਰਾਂਸਫਰ, ਇੰਟਰਾ ਯੂਟੇਰਾਈਨ ਟ੍ਰਾਂਸਫਰ। ਸੋ ਕਹਿਣ ਦਾ ਮਤਲਬ ਕੀ ਹੈ ਕਿ ਜਿਹੜੇ ਕਪਲ ਦੇ ਕੇਸ ਦੇ ਵਿੱਚ ਜਿਹੜੀ ਫੀਮੇਲ ਸੀ ਉਹਦੀ ਫੈਲੋਪੀਅਨ ਟਿਊਬ ਓਬਸਟਰਕਟਿਡ ਸੀਗੀ, ਜਿਹੜੇ ਓਵਮ ਸੀਗੇ ਉਹ ਫੈਲੋਪੀਅਨ ਟਿਊਬ ਤੱਕ ਨਹੀਂ ਪਹੁੰਚ ਰਹੇ ਸੀਗੇ, ਉਸ ਕੇਸ ਦੇ ਵਿੱਚ ਅਸੀਂ ਓਵਮ ਵਿਦਡਰਾ ਕਰ ਲਏ। ਵਿਦਡਰਾ ਕਰਕੇ ਅਸੀਂ ਉਹਨਾਂ ਨੂੰ ਟੈਸਟ ਟਿਊਬ 'ਚ ਲੈ ਲਿਆ, ਲੈਬੋਰਟਰੀ ਕੰਡੀਸ਼ਨਸ ਲੈ ਲਿਆ, ਡੋਨਰ ਤੋਂ ਜਾਂ ਮੇਨ ਪੇਰੈਂਟ ਤੋਂ, ਦੋਨਾਂ 'ਚੋਂ ਕੁਛ ਵੀ ਹੋ ਸਕਦਾ ਹੈ। ਜੇ ਤਾਂ ਜਿਹੜਾ ਕਪਲ ਦਾ ਮੇਲ ਪਾਰਟਨਰ ਹੈ ਦੈਟ ਇਜ਼ ਕੈਪੇਬਲ ਆਫ ਪ੍ਰੋਡਿਊਸਿੰਗ ਦਾ ਸਪਰਮ, ਤਾਂ ਅਸੀਂ ਉਦੋਂ ਸਪਰਮ ਲੈ ਲਾਂਗੇ। ਜੇ ਉਹ ਕੈਪੇਬਲ ਨਹੀਂ ਹੈਗਾ ਸਪਰਮ ਪ੍ਰੋਡਕਸ਼ਨ ਦੇ, ਤਾਂ ਅਸੀਂ ਡੋਨਰ ਤੋਂ ਸਪਰਮ ਲੈ ਲਾਂਗੇ। ਐਂਡ ਦਾ ਦਿਸ ਫਰਟੀਲਾਈਜੇਸ਼ਨ ਇਜ਼ ਡਨ ਇਨ ਵਿਟਰੋ। ਫਰਟੀਲਾਈਜੇਸ਼ਨ ਇਨ ਵਿਟਰੋ ਕਰਦੇ ਹਾਂ, ਜ਼ਾਈਗੋਟ ਬਣ ਜਾਂਦਾ ਹੈ। ਜ਼ਾਈਗੋਟ ਨੂੰ ਗਰੋ ਹੋਣ ਦਿੱਤਾ ਜਾਂਦਾ ਹੈ ਆਈਦਰ ਟੂ 8 ਸੈੱਲ ਸਟੇਜ ਔਰ ਟੂ 32 ਸੈੱਲ ਸਟੇਜ। ਜੇ 8 ਸੈੱਲ ਸਟੇਜ ਤੱਕ ਗਰੋ ਕੀਤਾ ਤਾਂ ਅਸੀਂ ਉਹਨੂੰ ਕਿੱਥੇ ਟ੍ਰਾਂਸਫਰ ਕਰਾਂਗੇ, ਫੈਲੋਪੀਅਨ ਟਿਊਬ 'ਚ ਟ੍ਰਾਂਸਫਰ ਕਰਾਂਗੇ। ਕਿਉਂਕਿ ਤੁਹਾਨੂੰ ਯਾਦ ਹੋਏਗਾ ਕਿ ਫੈਲੋਪੀਅਨ ਟਿਊਬ ਦਾ ਜਿਹੜਾ ਬਲਾਸਟੂਲਾ ਹੈ ਹੌਲੀ ਹੌਲੀ ਨੀਚੇ ਆਉਂਦਾ ਯੂਟਰਸ ਤੱਕ, ਜੋ ਤੱਕ ਯੂਟਰਸ ਤੱਕ ਵਾਲ ਤੱਕ ਪਹੁੰਚਦਾ 32 ਸੈੱਲ ਦਾ ਹੋ ਜਾਂਦਾ ਹੈਗਾ। ਠੀਕ ਹੈ ਨਾ, ਤਾਂ ਅਸੀਂ ਉੱਥੇ 8 ਸੈੱਲ ਦਾ ਸੀ, ਆਂਦਾ 32 ਸੈੱਲ ਦਾ ਹੋ ਗਿਆ। ਸੋ ਜੇ ਫੈਲੋਪੀਅਨ ਟਿਊਬ 'ਚ ਟ੍ਰਾਂਸਫਰ ਕਰਨਾ ਤਾਂ ਅਸੀਂ ਇਸ ਨੂੰ ਜ਼ਿਫਟ ਕਵਾਂਗੇ, ਅਤੇ ਜੇ ਅਸੀਂ 32 ਸੈੱਲ ਦਾ ਉਸ ਨੂੰ ਕਰ ਲਿਆ ਇਨ ਵਿਟਰੋ ਕੰਡੀਸ਼ਨਸ ਦੇ ਵਿੱਚ, ਫਿਰ ਅਸੀਂ ਯੂਟਰਸ 'ਚ ਟ੍ਰਾਂਸਫਰ ਕਰਾਂਗੇ, ਦੈਨ ਇਟ ਇਜ਼ ਕਾਲਡ ਇੰਟਰਾ ਯੂਟੇਰਾਈਨ transfer. So this was all about the in vitro fertilization or the test tube baby. ਫਿਰ ਉਸ ਤੋਂ ਬਾਅਦ ਸਾਡੇ ਕੋਲ ਆ ਜਾਂਦਾ ਹੈਗਾ ਗਿਫਟ। ਗਿਫਟ ਦਾ ਮਤਲਬ ਕੀ ਹੁੰਦਾ ਹੈ, ਗੈਮੇਟ ਇੰਟਰਾਫੈਲੋਪੀਅਨ ਟ੍ਰਾਂਸਫਰ। ਗੈਮੇਟ ਇੰਟਰਾਫੈਲੋਪੀਅਨ ट्रांसफ़र।
ਕਿ ਗੈਮੇਟ ਨੂੰ ਜਿਹੜਾ ਹੈਗਾ ਉਹ ਫੈਲੋਪੀਅਨ ਟਿਊਬ ਦੇ ਵਿੱਚ ਪਾਇਆ ਜਾਂਦਾ ਹੈ। ਮਤਲਬ ਕੀ ਹੈ, ਕਿਹੜੀ ਫੀਮੇਲ ਹੈ, ਸਪੋਜ਼ ਕਰੋ ਕਿ ਉਹ ਗੈਮੇਟ ਕਿਸੇ ਰੀਜ਼ਨ ਕਰਕੇ ਕਿ ਜਿਹੜੇ ਫਿੰਬਰੀ ਹੈਗੇ ਆ, ਇੱਥੇ ਕੀ ਹੈਗੇ ਆ, ਫਿੰਬਰੀ ਜਿਹੜੇ ਹੈਗੇ ਆ ਉਹ ਨਹੀਂ ਬੀਟ ਕਰ ਪਾ ਰਹੇ, ਜਿਹਦੇ ਕਰਕੇ ਓਵਮ ਜਿਹੜਾ ਹੈਗਾ ਇੱਧਰ ਅਟਰੈਕਟ ਨਹੀਂ ਹੋ ਰਿਹਾ, ਇਸ ਓਵੀਡਕਟ 'ਚ ਨਹੀਂ ਜਾ ਰਿਹਾ। ਤਾਂ ਇੱਥੋਂ ਕੀ ਕੀਤੇ ਅਸੀਂ, ਓਵਮ ਜਿਹੜੇ ਸੀ ਵਿਡਰੋ ਕਰਕੇ ਅਸੀਂ ਫੈਲੋਪੀਅਨ ਟਿਊਬ 'ਚ ਓਵਮ ਪਾਤਾ। ਮਤਲਬ ਅਸੀਂ ਆਰਟੀਫਿਸ਼ੀਅਲ ਤਰੀਕੇ ਦੇ ਨਾਲ ਇੱਥੇ ਪਹੁੰਚਾਤਾ ਕੀ ਚੀਜ਼, ਓਵਮ। ਅਦਰਵਾਈਜ਼ ਇਟ ਵਾਜ਼ ਨਾਟ ਕੈਪੇਬਲ ਆਫ ਰੀਚਿੰਗ ਓਵਰ ਹੇਅਰ। ਆਰਟੀਫਿਸ਼ੀਅਲ ਤਰੀਕੇ ਦੇ ਨਾਲ ਅਸੀਂ ਵਿਦਡਰੋ ਕਰਕੇ ਓਵਮ ਨੂੰ ਇਨ ਫੈਲੋਪੀਅਨ ਟਿਊਬ ਦੇ ਵਿੱਚ ਪਾਤਾ। ਦਿਸ ਇਜ਼ ਕਾਲਡ ਗੈਮੇਟ ਇੰਟਰਾਫੈਲੋਪੀਅਨ ਟ੍ਰਾਂਸਫਰ, ਕਿ ਗੈਮੇਟ ਦੀ ਟ੍ਰਾਂਸਫਰ ਕੀਤੀ ਹੈ ਕਿੱਥੇ, ਫੈਲੋਪੀਅਨ ਟਿਊਬ ਦੇ ਵਿੱਚ। ਗੈਮੇਟ ਇੰਟਰਾਫੈਲੋਪੀਅਨ ट्रांसफर इज डन, राइट। सो दिस इज कॉल्ड जिफ्ट। उस तो बाद नैक्सट आइंदा साडे कोले AI, दैट इज आर्टिफिशियल इंसैमिनेशन। आर्टिफिशियल इंसैमिनेशन की है, एक्चुअली की है कि आर्टिफिशियल इंसैमिनेशन मतलब किसी आर्टिफिशियल तरीके दे नाल स्पर्म्स नूं फीमेल दी बॉडी दे विच एंटर करना, ਉਹਦੇ ਜੈਂਟਲ ट्रैक विच एंटर करना। ਇਹਦੇ ਕੀ ਰੀਜ਼ਨ ਹੋ ਸਕਦੇ हैं। नंबर 1 ਤਾਂ ਇਹ ਹੈਗਾ कि वी कैन से द मेल इज ओलिगोस्पर्मिक। ओलिगोस्पर्मिक मीन्स लेस काउंट ऑफ स्पर्म, कि स्पर्म प्रोड्यूस हो रहे हैं पर बहुत थोड़े काउंट च प्रोड्यूस हो रहे हैं। जिन्ने क स्पर्म प्रोड्यूस होंगे है वो इत्थों तक पहुँचते खत्म हो जाते। आपां क्या सीगा कि जे मिलियंस ऑफ स्पर्म एक इजैकुलेशन छड्डे जाते हैं, 100-150 मसां इत्थे तक पहुँचता है। तो जे आपां इत्थे 100-150 ही सारा इंट्रोड्यूस होएगा तो उत्थे तक कोई भी पता नहीं पहुँच पाएगा या नहीं पहुँचता होना। सो ਜਿਹੜੇ केस से ओलिगोस्पर्मिक हैगा मेल की स्पर्म काउंट घट है, उत्थे आर्टिफिशियल इंसैमिनेशन की जाती है। आर्टिफिशियल इंसैमिनेशन ਦੇ ਵਿੱਚ ਕੀ ਕਰਦੇ ਹੈਗੇ ਹੈ, ਇੱਕ ਇੰਜੈਕਸ਼ਨ ਦੇ ਵਿੱਚ ਜਿਹੜਾ ਹੈਗਾ ਸਪਰਮ ਨੂੰ ਲੈ ਲਿਆ ਜਾਂਦਾ। ਸਪਰਮ ਆਰ ਫਿਲਡ ਇਨ ਅ ਇੰਜੈਕਸ਼ਨ ਐਂਡ ਦੈਟ ਇੰਜੈਕਸ਼ਨ ਇਜ਼ ਪੁੱਟ ਇਨ ਦਾ ਫੈਲੋਪੀਅਨ ਟਿਊਬ। ਉਸ ਨੂੰ ਫੈਲੋਪੀਅਨ ਟਿਊਬ ਦੇ ਵਿੱਚ ਜਾਂ ਅਸੀਂ ਇੱਥੋਂ ਸੌਰੀ ਮਾਫ ਕਰਨਾ, ਇੰਜੈਕਸ਼ਨ ਇਜ਼ ਇੰਟਰੋਡਿਊਸਡ ਓਵਰ ਹੇਅਰ। ਸੋ काफ़ी सारे एक इजैकुलेशन ही 2-3 इजैकुलेशन इकट्ठियां कीतियां जांदियां ताकि काफ़ी सारे स्पर्म जिहड़े हैगे आ ये इंसर्ट किए जा सकन। सो आर्टिफिशियल मैथड इज़ यूज टू इंसर्ट द स्पर्म। दिस इज़ कॉल्ड आर्टिफिशियल इंसैमिनेशन, राइट। दिस इज़ कॉल्ड आर्टिफिशियल इंसैमिनेशन। उस तो बाद साडे कोले लास्ट आ जांदा हैगा इंट्रासाइटोप्लाज्मिक स्पर्म इंसैमिनेशन। This is injection, not insemination, injection. Intracytoplasmic sperm injection. Intracytoplasmic sperm injection. ਹੁਣ ਇਹਦੇ ਵਿੱਚ ਕੀ ਕਰਦੇ ਆ, ਦੋਨਾਂ 'ਚ ਥੋੜ੍ਹਾ ਜਿਹਾ ਡਿਫਰੈਂਸ ਹੈ। ਜਿਹੜੀ ਤਾਂ ਆਰਟੀਫਿਸ਼ੀਅਲ ਇੰਸੈਮੀਨੇਸ਼ਨ ਸੀਗੀ ਇਹਦੇ ਵਿੱਚ ਤਾਂ ਸਪਰਮ ਨੂੰ ਮੇਨ ਟਰੈਕ ਦੇ ਵਿੱਚ ਇੰਟਰੋਡਿਊਸ ਕੀਤਾ ਜਾਂਦਾ ਹੈਗਾ, ਰਾਈਟ, ਠੀਕ ਹੈ। ਲੇਕਿਨ ਜਿਹੜੀ ਇਹ ਵਾਲੀ ਟੈਕਨੀਕ ਹੈ ਇਹ 'ਚ ਕੀ ਕਰਦੇ ਆ, ਸਪੋਜ਼ ਕਰੋ ਕਿ ਇਹ ਸਾਡੇ ਕੋਲ ਇੱਕ ਪੈਟਰੀ ਡਿਸ਼ ਦੇ ਵਿੱਚ ਜਾਂ ਲੈਬੋਰਟਰੀ ਕੰਡੀਸ਼ਨਸ ਦੇ ਵਿੱਚ ਓਵਮ ਹੈ। ਦਿਸ ਇਜ਼ ਅ ਓਵਮ, ਠੀਕ ਹੈ। ਜਾਂ ਇਹ ਕਹਿ ਲਓ ਕਿ ਜਿਹੜਾ ਓਵਮ ਹੈਗਾ ਉਹ ਓਵਰ ਹੇਅਰ, ਇਟ ਇਜ਼ ਲਾਈਂਗ ਓਵਰ ਹੇਅਰ। ਤਾਂ ਓਵਮ ਦੇ ਵਿੱਚ ਅਸੀਂ ਦਿਸ ਇਜ਼ ਦ ਓਵਮ। ਤਾਂ ਇੰਜੈਕਸ਼ਨ ਦੀ ਹੈਲਪ ਦੇ ਨਾਲ, ਵਿਦ ਦ ਹੈਲਪ ਆਫ injection, the sperm is introduced directly in the cytoplasm of the ovum। ਜਿਹੜਾ ਓਵਮ ਦਾ ਸਾਈਟੋਪਲਾਜ਼ਮ ਹੈ ਡਾਇਰੈਕਟਲੀ ਉਹਦੇ ਵਿੱਚ ਸਪਰਮ ਨੂੰ ਕਾਫੀ ਸਾਰੇ ਸਪਰਮਸ ਜਿਹੜੇ ਹੈਗੇ ਆ ਉਹ ਇੰਟਰੋਡਿਊਸ ਕੀਤੇ ਜਾਂਦੇ ਹੈਗੇ ਆ, ਰਾਈਟ। ਸੋ ਸਪਰਮ ਕੀ ਹੈਗਾ, ਜਦੋਂ ਕਾਫੀ ਸਾਰੇ ਇੰਟਰੋਡਿਊਸ ਹੋਣਗੇ ਇੱਕ ਸਪਰਮ ਜਿਹੜਾ ਹੈਗਾ ਉਹ ਕੀ ਕਰੇਗਾ, ਉਹਦਾ ਨਿਊਕਲੀਅਸ ਫੀਮੇਲ ਦੀ ਓਵਮ ਦੀ ਨਿਊਕਲੀਅਸ ਦੇ ਨਾਲ ਫਿਊਜ਼ ਕਰ ਜਾਏਗਾ ਅਤੇ ਕੀ ਬਣ ਜਾਏਗਾ, ਜ਼ਾਈਗੋਟ। ਇਟ ਵਿਲ ਗਿਵ ਰਾਈਜ਼ ਟੂ ਜ਼ਾਈਗੋਟ, ਰਾਈਟ। ਹੁਣ ਇਹ ਜਿਹੜਾ ਜ਼ਾਈਗੋਟ ਹੈ ਇਹ ਲੇਟਰ ਔਨ ਟ੍ਰਾਂਸਫਰ ਕਰ ਦਿੱਤਾ ਜਾਂਦਾ ਹੈਗਾ ਟੂ ਦ ਯੂਟਰਸ ਆਫ ਦਾ ਫੀਮੇਲ। ਇਸ ਜ਼ਾਈਗੋਟ ਦੀ ਡਿਵੀਜ਼ਨਸ ਹੁੰਦੀਆਂ
ਤਾਂ 8 ਔਰ 32 ਸੈੱਲ ਸਟੇਜ ਤੇ ਅੱਗੇ ਜ਼ਿਫਟ ਜਾਂ IUT ਟੈਕਨੀਕ ਜਿਹੜੀ ਹੈਗੀ ਉਹ ਅਪਲਾਈ ਕੀਤੀ ਜਾਂਦੀ ਹੈ। ਕਹਿਣ ਦਾ ਮਤਲਬ ਕੀ ਹੈ ਕਿ ਜਿਹੜਾ ਸਪਰਮ ਹੈ ਉਹ ਡਾਇਰੈਕਟਲੀ ਕਿਹਦੇ 'ਚ ਸਾਈਟੋਪਲਾਜ਼ਮ ਦੇ ਵਿੱਚ ਜਿਹੜਾ ਹੈਗਾ ਇੰਟਰੋਡਿਊਸ ਕੀਤਾ ਜਾਂਦਾ ਇੰਟਰਾਸਾਈਟੋਪਲਾਜ਼ਮਿਕ, ਦਿਸ ਇਜ਼ ਕਾਲਡ ਇੰਟਰਾਸਾਈਟੋਪਲਾਜ਼ਮਿਕ ਸਪਰਮ ਇੰਜੈਕਸ਼ਨ। ਹੁਣ ਇਸੇ ਵਿੱਚ ਕੀ ਸੀਗਾ ਕਿ ਉਹਨੇ ਕੋਈ ਇੰਜੈਕਸ਼ਨ ਨਹੀਂ ਯੂਜ਼ ਕੀਤਾ ਜਾਂਦਾ, ਇੱਕ ਸਿੰਪਲੀ ਲੈਬੋਰਟਰੀ ਕੰਡੀਸ਼ਨਸ ਦੇ ਵਿੱਚ ਇੱਕ ਪਰਟੀਕੂਲਰ ਟੈਸਟ ਟਿਊਬ ਦੇ ਵਿੱਚ ਜਾਂ ਕੰਟੇਨਰ ਦੇ ਵਿੱਚ ਐਗ ਪਾਤੇ, ਸਪਰਮ ਪਾਤੇ ਤਾਂ ਉਹ ਆਪਸ ਦੇ ਵਿੱਚ ਆਪਣੇ ਆਪ ਫਿਊਜ਼ ਹੋ ਗਏ। ਲੇਕਿਨ ਇੱਥੇ ਸਾਈਟੋਪਲਾਜ਼ਮ ਦੇ ਵਿੱਚ ਉਹਨਾਂ ਨੂੰ ਇੰਟਰੋਡਿਊਸ ਕੀਤਾ ਜਾਂਦਾ। ਕਿਹਦੇ ਸਾਈਟੋਪਲਾਜ਼ਮ ਦੇ ਵਿੱਚ? ਓਵਮ ਦੇ ਸਾਈਟੋਪਲਾਜ਼ਮ ਦੇ ਵਿੱਚ। ਇਟ ਇਜ਼ ਮੇਡ ਅਸ਼ੋਰ ਦੈਟ ਵਨ ਸਪਰਮ ਐਂਟਰਸ ਇਨਟੂ ਵਨ ovum. So these are the various ways in by which the infertility is overcome. Infertility overcome ਦਾ ਮਤਲਬ ਇਹ ਨਹੀਂ ਕਿ ਉਹਦੀ ਇਨਫਰਟੀਲਿਟੀ ਖਤਮ ਹੋ ਜਾਂਦੀ ਹੈ, ਮਤਲਬ ਜਿਹੜੀ ਪ੍ਰੋਬਲਮ ਇਨਫਰਟੀਲਿਟੀ ਕਰਕੇ ਹੋਈ ਹੈ ਉਸ ਨੂੰ ਜਿਹੜਾ ਹੈ ਉਹਦਾ ਸੋਲਿਊਸ਼ਨ ਕੀਤਾ ਜਾਂਦਾ ਹੈ। ਮੀਨਸ ਦਾ ਕਪਲ ਇਜ਼ ਮੇਡ ਕੈਪੇਬਲ ਆਫ ਹੈਵਿੰਗ ਦਾ ਚਾਈਲਡ। ਤਾਂ ਅਸੀਂ ਜਿਹੜੀਆਂ ਅਲੱਗ-ਅਲੱਗ ਟੈਕਨੀਕਸ ਕੀਤੀਆਂ, ਇਨ ਵਿਟਰੋ ਫਰਟੀਲਾਈਜੇਸ਼ਨ, ਗੈਮਿਟ ਇੰਟਰਾਫੈਲੋਪੀਅਨ ਟਿਊਬ, artificial insemination and intracytoplasmic sperm injection. So this was all about the infertility.